ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਕਥਾ ਕਹਾਣੀ ਸੰਗ੍ਰਹਿ ਵਿੱਚ ਦਰਜ ਸੁਜਾਨ ਸਿੰਘ ਜੀ ਦੀ ਕਹਾਣੀ ਬਾਗਾਂ ਦਾ ਰਾਖਾ ਅੱਜ ਅਸੀਂ ਪੜ੍ਹਾਂਗੇ। ਸਭ ਤੋਂ ਪਹਿਲਾਂ ਲੇਖਕ ਦੇ ਜੀਵਨ 'ਤੇ ਇੱਕ ਝਾਤ। ਲੇਖਕ ਦਾ ਜਨਮ 29 ਜੁਲਾਈ 1909 ਨੂੰ ਗੁਰਦਾਸਪੁਰ ਦੇ ਡੇਰਾ ਬਾਬਾ ਨਾਨਕ ਨਾਂ ਦੇ ਨਗਰ ਵਿੱਚ ਸਰਦਾਰ ਬੂਟਾ ਸਿੰਘ ਦੇ ਘਰ ਹੋਇਆ, ਪਰ ਉਹ ਆਪਣੇ ਨਾਮ ਦੇ ਨਾਲ ਆਪਣੇ ਪਿਤਾ ਦਾ ਨਾਮ ਸਰਦਾਰ ਹਕੀਮ ਸਿੰਘ ਲਿਖਵਾਉਂਦੇ ਹੁੰਦੇ ਸੀ, ਕਿਉਂਕਿ ਉਹਨਾਂ ਦੇ ਨਾਨਾ ਜੀ ਸਰਦਾਰ ਹਕੀਮ ਸਿੰਘ ਜੀ ਦੇ ਘਰ ਕੋਈ ਪੁੱਤਰ ਨਹੀਂ ਸੀ। ਇਸ ਕਰਕੇ ਸੁਜਾਨ ਸਿੰਘ ਜੀ ਨੂੰ ਉਹਨਾਂ ਨੇ ਗੋਦ ਲਿਆ ਹੋਇਆ ਸੀ। ਛੋਟੀ ਉਮਰ ਦੇ ਵਿੱਚ ਹੀ ਸੁਜਾਨ ਸਿੰਘ ਜੀ ਦਾ ਵਿਆਹ ਹੋ ਜਾਂਦਾ, ਜਿਸ ਕਰਕੇ ਉਹਨਾਂ ਨੂੰ ਆਪਣੀ ਪੜ੍ਹਾਈ ਛੱਡ ਕੇ ਰੁਜ਼ਗਾਰ ਦੇ ਲਈ ਕਈ ਧੰਦੇ ਕਰਨੇ ਪੈਂਦੇ ਆ, ਪਰ ਨਾਲ ਦੀ ਨਾਲ ਉਹ ਆਪਣੀ ਪੜ੍ਹਾਈ ਜਾਰੀ ਰੱਖਦੇ ਆ ਅਤੇ ਐਮ.ਏ. ਪੰਜਾਬੀ ਤੱਕ ਦੀ ਸਿੱਖਿਆ ਪ੍ਰਾਪਤ ਕਰ ਲੈਂਦੇ ਆ। ਐਮ.ਏ. ਪੰਜਾਬੀ ਕਰਨ ਤੋਂ ਬਾਅਦ ਉਹਨਾਂ ਨੇ ਸਕੂਲ ਦੇ ਵਿੱਚ ਪੜ੍ਹਾਉਣਾ ਸ਼ੁਰੂ ਕੀਤਾ। ਇਸ ਤੋਂ ਬਾਅਦ ਮਾਤਾ ਗੁਜਰੀ ਕਾਲਜ ਫਤਿਹਗੜ੍ਹ ਸਾਹਿਬ ਦੇ ਵਿੱਚ ਵੀ ਉਹਨਾਂ ਨੇ ਪੜ੍ਹਾਇਆ। ਇਸ ਤੋਂ ਬਾਅਦ ਪ੍ਰਿੰਸੀਪਲ ਵਜੋਂ ਉਹਨਾਂ ਨੇ ਗੁਰੂ ਨਾਨਕ ਕਾਲਜ ਗੁਰਦਾਸਪੁਰ ਵਿਖੇ ਵੀ ਸੇਵਾਵਾਂ ਨਿਭਾਈਆਂ ਅਤੇ 1974 ਵਿੱਚ ਉੱਥੋਂ ਹੀ ਉਹ ਰਿਟਾਇਰ ਵੀ ਹੋਏ। ਸੇਵਾ ਮੁਕਤੀ ਤੋਂ ਬਾਅਦ ਉਹਨਾਂ ਨੇ ਧਾਰੀਵਾਲ ਵਿੱਚ ਲੜਕੀਆਂ ਦੇ ਲਈ ਕਾਲਜ ਵੀ ਖੋਲ੍ਹਿਆ। ਫਿਰ ਬੱਚਿਓ ਇੰਨੇ ਸਫ਼ਰ ਦੇ ਦੌਰਾਨ ਉਹਨਾਂ ਨੇ ਸਾਡੇ ਸਾਹਿਤ ਨੂੰ ਵੀ ਵਡਮੁੱਲੀ ਦੇਣ ਦਿੱਤੀ ਹੈ। ਕਾਫੀ ਉਹਨਾਂ ਨੇ ਰਚਨਾਵਾਂ ਲਿਖੀਆਂ, ਕਾਫੀ ਸਾਰੇ ਕਹਾਣੀ ਸੰਗ੍ਰਹਿ ਉਹਨਾਂ ਦੇ ਸਾਨੂੰ ਮਿਲਦੇ ਆ। ਇਹ ਕਹਾਣੀ ਸੰਗ੍ਰਹਿ ਇਸ ਤਰ੍ਹਾਂ ਹਨ: ਦੁੱਖ ਸੁੱਖ ਤੋਂ ਪਿੱਛੋਂ, ਡੇਢ ਆਦਮੀ, ਮਨੁੱਖ ਅਤੇ ਪਸ਼ੂ, ਕਲਗੀ ਦੀਆਂ ਅਣੀਆਂ, ਸ਼ਹਿਰ ਅਤੇ ਗਰਾਂ, ਸਭ ਰੰਗ, ਨਰਕਾਂ ਦੇ ਦੇਵਤੇ, ਸਵਾਲ ਜਵਾਬ, ਸਾਂਝ। ਬੱਚਿਓ ਇਹਨਾਂ ਦੇ ਵਿੱਚੋਂ ਸ਼ਹਿਰ ਅਤੇ ਗਰਾਂ ਕਹਾਣੀ ਸੰਗ੍ਰਹਿ ਦੇ ਲਈ ਉਹਨਾਂ ਨੂੰ ਸਾਹਿਤ ਅਕਾਦਮੀ ਅਵਾਰਡ ਵੀ ਮਿਲਿਆ ਅਤੇ 21 ਅਪ੍ਰੈਲ 1993 ਨੂੰ ਗੁਰਦਾਸਪੁਰ ਦੇ ਵਿੱਚ ਉਹ ਇਸ ਦੁਨੀਆ ਨੂੰ ਅਲਵਿਦਾ ਕਹਿ ਗਏ। ਬੱਚਿਓ ਬਾਗਾਂ ਦਾ ਰਾਖਾ ਕਹਾਣੀ ਦਲਿਤ ਸਮਾਜ ਦੀ ਸਥਿਤੀ ਨੂੰ ਉਘਾੜਦੀ ਹੈ, ਉਹਨਾਂ ਦੀ ਗਰੀਬੀ ਅਤੇ ਅਪਮਾਨ ਵਾਲੀ ਜ਼ਿੰਦਗੀ ਦੇ ਉੱਤੇ ਰੌਸ਼ਨੀ ਪਾਉਂਦੀ ਹੈ। ਪੜ੍ਹਦੇ ਹਾਂ ਬਾਗਾਂ ਦਾ ਰਾਖਾ ਕਹਾਣੀ। ਕੀ ਲਿਖਦਾ ਹੈ ਲੇਖਕ? ਉਜੜੇ ਬਾਗਾਂ ਵਿੱਚੋਂ ਰਹੇ ਖਹੇ ਅਮਰੂਦ ਲੱਭ ਕੇ ਖਾਂਦਾ ਖੁਆਂਦਾ ਸ਼ਹਿਰੀ ਕਲਰਕਾਂ ਦਾ ਇੱਕ ਟੋਲਾ ਜਦੋਂ ਨਹਿਰ ਕੰਢੇ ਲੋਕਾਠਾਂ ਦੇ ਬਾਗ ਲਾਗੋਂ ਲੰਘਿਆ ਤਾਂ ਬਾਗ ਦਾ ਮਾਲਕ ਲੋਕਾਠਾਂ ਦੇ ਰਾਖੇ ਨੂੰ ਬੜੀਆਂ ਬੇਸ਼ੱਕੀਆਂ ਗਾਲਾਂ ਕੱਢ ਰਿਹਾ ਸੀ, ਇੰਨੀਆਂ ਗੰਦੀਆਂ ਕਿ ਇੱਕ ਵਾਸਤਵਵਾਦੀ ਕਹਾਣੀ ਲੇਖਕ ਵੀ ਉਹਨਾਂ ਨੂੰ ਆਪਣੀ ਕਹਾਣੀ ਵਿੱਚ ਲਿਖਣੋਂ ਸ਼ਰਮਾ ਜਾਵੇ। ਮੈਲੀ ਗੰਦੀ ਬਨੈਣ ਅਤੇ ਲਾਂਗੜ ਲਮਕਦੀ ਲੰਗੋਟੀ ਵਾਲਾ 15-16 ਵਰ੍ਹਿਆਂ ਦਾ ਰਾਖਾ ਕੰਬੀ ਜਾ ਰਿਹਾ ਸੀ। ਪਤਾ ਨਹੀਂ ਡਰ ਨਾਲ, ਗੁੱਸੇ ਨਾਲ ਕਿ ਬੁਖਾਰ ਨਾਲ ਉਸਦੀਆਂ ਅੱਖਾਂ ਭਖ ਰਹੀਆਂ ਸਨ। ਕਲਰਕਾਂ ਨੇ ਇਸ ਗੱਲ ਦੀ ਕੋਈ ਪਰਵਾਹ ਨਾ ਕੀਤੀ। ਕੇਵਲ ਇੱਕ ਪਤਲੇ ਸੁੱਕੇ ਅਧਖੜ ਕਲਰਕ ਨੇ ਮੁੜ ਕੇ ਸਾਰੀ ਘਟਨਾ ਵੱਲ ਇੱਕ ਨਜ਼ਰ ਤੱਕਿਆ ਅਤੇ ਮੁੜ ਆਪਣੇ ਜੱਥੇ ਨਾਲ ਚਾਲ ਵਧਾਉਂਦਾ ਮਿਲ ਗਿਆ। ਹੁਣ ਇਹ ਰਾਖਾ ਕਿਉਂ ਕੰਬ ਰਿਹਾ ਹੈ? ਕਿਸੇ ਕਲਰਕ ਦਾ ਇਸ ਗੱਲ ਵੱਲ ਧਿਆਨ ਨਹੀਂ ਹੈ। ਸ਼ਾਇਦ ਉਹਨੂੰ ਬੁਖਾਰ ਹੋਇਆ ਜਾਂ ਫਿਰ ਇੰਨੀਆਂ ਗੰਦੀਆਂ ਗਾਲਾਂ ਸੁਣ ਕੇ ਉਹਨੂੰ ਗੁੱਸਾ ਆ ਰਿਹਾ, ਜਾਂ ਫਿਰ ਸ਼ਾਇਦ ਉਹ ਆਪਣੇ ਸ਼ਾਹ ਤੋਂ, ਆਪਣੇ ਮਾਲਕ ਤੋਂ ਡਰ ਰਿਹਾ। ਰਾਖੇ ਨੇ ਕੰਬਦੇ ਆਖਿਆ, ਇਹ ਸ਼ਾਹ ਜੀ, ਮੈਂ ਕੋਈ ਜਾਣ ਬੁੱਝ ਕੇ ਥੋੜ੍ਹਾ ਲੰਮਾ ਪਿਆ ਹੋਇਆ ਹਾਂ, ਮੈਨੂੰ ਤਾਂ ਤਾਪ ਚੜ੍ਹਿਆ ਹੋਇਆ ਹੈ। ਓਏ ਤਾਪ ਦਿਆ ਬੱਚਿਆ, ਤਾਪ ਕਿਉਂ ਚੜ੍ਹਿਆ ਕਿਉਂ? ਜੀ ਇਹ ਤਾਂ ਮੈਨੂੰ ਪਤਾ ਨਹੀਂ, ਪਰ ਇਹ ਜਦੋਂ ਚੜ੍ਹਨ 'ਤੇ ਆਵੇ ਸਾਰਿਆਂ ਨੂੰ ਚੜ੍ਹ ਜਾਂਦਾ ਹੈ। ਤੁਹਾਨੂੰ ਵੀ ਤਾਂ ਚੜ੍ਹ ਹੀ ਗਿਆ ਸੀ ਕਿ? ਹੁਣ ਕਿਉਂਕਿ 15-16 ਸਾਲ ਦਾ ਰਾਖਾ ਹੈ, ਉਮਰ ਬਹੁਤ ਘੱਟ ਹੈ, ਚੜ੍ਹਦੀ ਜਵਾਨੀ ਹੈ, ਅਤੇ ਇੰਨੀ ਉਮਰ ਦੇ ਬੱਚਿਆਂ ਨੂੰ ਗੁੱਸਾ ਵੀ ਆ ਜਾਂਦਾ, ਅਤੇ ਇਸ ਕਰਕੇ ਉਹ ਗੁੱਸੇ ਦੇ ਵਿੱਚ ਸ਼ਾਹ ਨੂੰ ਇਹ ਜਵਾਬ ਦੇ ਦਿੰਦਾ। ਲਾਲੂ ਸ਼ਾਹ ਆਪ ਵੀ 5-7 ਪੁਰਾਣੀਆਂ ਜਮਾਤਾਂ ਪੜ੍ਹਿਆ ਹੋਇਆ ਸੀ ਅਤੇ ਉਸਦੇ ਪੜ੍ਹੇ ਲਿਖੇ ਮੁੰਡੇ ਵੀ ਉਸ ਨੂੰ ਦੱਸਦੇ ਸਨ ਕਿ ਸਲਾਬੇ ਵਿੱਚ ਮੱਛਰ ਪੈਦਾ ਹੁੰਦੇ ਹਨ, ਕਿਸੇ ਮੱਛਰ ਦੇ ਵੱਡਿਆਂ ਮੌਸਮੀ ਬੁਖਾਰ ਹੋ ਜਾਂਦਾ ਹੈ। ਉਸ ਨੂੰ ਪਤਾ ਸੀ ਕਿ ਬਾਗਾਂ ਵਿੱਚ ਮੱਛਰ ਬੜੇ ਹੁੰਦੇ ਹਨ ਅਤੇ ਰਾਖਿਆਂ ਕੋਲ ਮੱਛਰਦਾਨੀਆਂ ਖਰੀਦਣ ਦੀ ਸ਼ਕਤੀ ਨਹੀਂ ਹੁੰਦੀ, ਪਰ ਗੁੱਸਾ ਤਾਂ ਗੁੱਸਾ ਹੀ ਹੁੰਦਾ ਹੈ, ਅਤੇ ਫਿਰ ਅਮੀਰ ਦਾ। ਹੁਣ ਜੇਕਰ ਰਾਖਾ ਮਾਲਕ ਨੂੰ, ਸ਼ਾਹ ਨੂੰ ਇਸ ਤਰ੍ਹਾਂ ਦਾ ਜਵਾਬ ਦੇਵੇਗਾ ਤਾਂ ਮਾਲਕ ਨੂੰ ਵੀ ਤਾਂ ਗੁੱਸਾ ਆਏਗਾ, ਅਤੇ ਉੱਪਰੋਂ ਉਹ ਅਮੀਰ ਹੈ ਅਤੇ ਨੌਕਰ ਐਵੇਂ ਬੋਲ ਜਾਵੇ, ਇਹ ਕਿਵੇਂ ਹੋ ਸਕਦਾ? ਓਏ ਤੂੰ ਸਾਨੂੰ ਮਿਹਣੇ ਦਿੰਦਾ ਓਏ, ਚੁੱਕ ਬਿਸਤਰਾ ਬੋਰੀਆ ਹੁਣੇ, ਤੇਰੇ ਵਰਗੇ ਰਾਖੇ ਦੀ ਸਾਨੂੰ ਲੋੜ ਨਹੀਂ। ਇਹ ਗੱਲ ਸ਼ਾਹ ਹੋਰਾਂ ਇਸ ਖਿਆਲ ਨਾਲ ਨਹੀਂ ਸੀ ਆਖੀ ਕਿ ਉਹ ਰਾਖੇ ਨੂੰ ਕੱਢਣਾ ਚਾਹੁੰਦੇ ਸਨ। ਮੁਸਲਮਾਨਾਂ ਦੇ ਪਾਕਿਸਤਾਨ ਚਲੇ ਜਾਣ ਤੋਂ ਮਗਰੋਂ ਰਾਖੇ ਖੜ੍ਹੇ ਪੈਰ ਨਹੀਂ ਸਨ ਲੱਭਦੇ, ਪਰ ਫਿਰ ਵੀ ਉਹਨਾਂ ਕਹਿ ਦਿੱਤਾ
ਜੋ ਕਹਿਣਾ ਸੀ। ਹੁਣ ਉਹਨੂੰ ਲੱਗਦਾ ਸੀਗਾ ਕਿ ਇਹ ਤਾਂ ਗਰੀਬ ਜਿਹਾ ਰਾਖਾ ਹੈ ਅਤੇ ਜਾਊਗਾ ਨਹੀਂ, ਅਤੇ ਇਸ ਕਰਕੇ ਜੋ ਮੂੰਹ ਆਇਆ ਸ਼ਾਹ ਦੇ ਉਹ ਬੋਲ ਦਿੰਦਾ ਹੈ। ਰਾਖੇ ਨੂੰ ਕੁਝ ਰੋਹ ਆ ਗਿਆ। ਉਹ ਕੋਈ ਅਧਖੜ ਕਲਰਕ ਥੋੜ੍ਹੀ ਸੀ। ਭਾਵੇਂ ਜਵਾਨੀ ਦੇ ਲਹੂ ਨੂੰ ਬੁਖਾਰ ਸੁਕਾ ਰਿਹਾ ਸੀ, ਪਰ ਜੋ ਕੁਝ ਹੈ ਤਾਂ ਸੀ ਨਾ ਜਵਾਨ ਲਹੂ। ਉਸ ਆਪਣਾ ਸਵੈਮਾਨ ਜਾਗਦਾ ਪੜ੍ਹਿਆ ਅਤੇ ਝੁੱਗੀ ਵਿੱਚੋਂ ਆਪਣਾ ਬਿਸਤਰਾ ਵਲੇਟ ਲਿਆਇਆ ਅਤੇ ਮਾਲਕ ਨੂੰ ਬਿਨਾਂ ਕੁਝ ਕਿਹਾ ਉਸ ਰਾਸਤੇ ਤੁਰ ਪਿਆ ਜਿਸ ਪਾਸੇ ਕਲਰਕ ਗਏ ਸਨ। ਸ਼ਾਹ ਹੋਰਾਂ ਨੂੰ ਇਹ ਆਸ ਨਹੀਂ ਸੀ, ਪਰ ਅਮੀਰਾਂ ਦੀ ਆਕੜ ਵੀ ਤਾਂ ਚੌਖੀ ਹੁੰਦੀ ਹੈ। ਨਾਲੇ ਉਹਨਾਂ ਦਾ ਖਿਆਲ ਸੀ ਕਿ ਮੁੰਡਾ ਇੱਥੇ ਕੁ ਜਾ ਕੇ ਮੁੜ ਆਵੇਗਾ। ਸੋ ਇਸ ਤਰ੍ਹਾਂ ਸ਼ਾਹ ਆਵਾਜ਼ ਨਹੀਂ ਮਾਰਦਾ, ਕਿਉਂਕਿ ਉਹਨੂੰ ਲੱਗਦਾ ਹੈ ਕਿ ਮੁੰਡਾ ਵਾਪਸ ਆ ਜਾਏਗਾ, ਕਿਉਂਕਿ ਉਹ ਤਾਂ ਗਰੀਬ ਪਰਿਵਾਰ ਦੇ ਵਿੱਚੋਂ ਹੈ, ਇਸੇ ਕਰਕੇ ਤਾਂ ਰਾਖੇ ਦਾ ਕੰਮ ਕਰ ਰਿਹਾ। ਅਤੇ ਇਸ ਕਰਕੇ ਸ਼ਾਹ ਨੂੰ ਲੱਗਦਾ ਕਿ ਮੈਨੂੰ ਨਹੀਂ ਉਹਨੂੰ ਆਵਾਜ਼ ਦੇਣੀ ਚਾਹੀਦੀ, ਵਾਪਸ ਨਹੀਂ ਬੁਲਾਉਣਾ ਚਾਹੀਦਾ, ਆਪਣੇ ਆਪ ਜਦੋਂ ਗੁੱਸਾ ਠੰਡਾ ਹੋਏਗਾ ਤਾਂ ਉਹ ਆ ਜਾਏਗਾ। ਸੋ ਉਹਨੇ ਆਵਾਜ਼ ਨਾ ਮਾਰੀ, ਪਰ ਰਾਖਾ ਵੱਧਦਾ ਗਿਆ ਆਪਣੇ ਰਸਤੇ। ਸ਼ਾਹ ਹੋਰਾਂ ਨੂੰ ਬਾਗ ਦਾ ਖਿਆਲ ਆਇਆ, ਰਾਤ ਦਾ ਖਿਆਲ ਆਇਆ, ਚਮਗਿੱਦੜਾਂ ਦਾ ਖਿਆਲ ਆਇਆ। ਉਸ ਸੁਣਿਆ ਹੋਇਆ ਸੀ ਰਾਤੋਂ ਰਾਤ ਬਾਗਾਂ ਦੇ ਬਾਗ ਉਜੜ ਜਾਂਦੇ ਹਨ। ਜੇ ਮੁੰਡਾ ਨਾ ਮੁੜਿਆ ਤਾਂ ਹੁਣ ਸ਼ਾਹ ਮਜਬੂਰ ਹੈ, ਸੋਚਦਾ ਉਹ ਕਿ ਕੀ ਹੋਏਗਾ ਅਗਰ ਨਾ ਮੁੜਿਆ। ਉਹ ਰਾਤੋਂ ਰਾਤ ਵਿੱਚ ਸੈਂਕੜਿਆਂ ਦਾ ਨੁਕਸਾਨ ਹੋ ਜਾਣ ਦਾ ਡਰ ਸੀ। ਰਾਤੀ ਕੀ ਉਹ ਆਪ ਰਾਖੀ ਕਰ ਸਕੇਗਾ? ਮੱਛਰਾਂ ਤੋਂ ਉਹ ਡਰ ਗਿਆ। ਫਿਰ ਭਾਵੇਂ ਇਸ ਸ਼ਹਿਰ ਦੇ ਲਾਗੇ ਦੇ ਮੈਦਾਨੀ ਇਲਾਕੇ ਵਿੱਚ ਪਾੜਖਾਨੇ ਜਾਨਵਰਾਂ ਦਾ ਕੋਈ ਖਤਰਾ ਨਹੀਂ ਸੀ, ਪਰ ਉਸਨੂੰ ਆਪਣੇ ਬਾਗ ਵਿੱਚ ਉਹ ਗੱਜਦੇ ਅਤੇ ਚਿੰਗਾੜਦੇ ਸੁਣਾਈ ਦਿੱਤੇ। ਹੁਣ ਸ਼ਾਹ ਡਰਪੋਕ ਹੈ, ਇਸ ਕਰਕੇ ਉਹਨੂੰ ਡਰ ਲੱਗਦਾ ਪਿਆ, ਰਾਤ ਕੱਟੇਗਾ ਕਿਵੇਂ ਉਹ। ਮੋਰ ਦੀ ਕੂਕ ਨੂੰ ਸ਼ਾਮੀ ਸੁਣ ਕੇ ਡਰ ਜਾਣ ਵਾਲਾ ਲਾਲੂ ਸ਼ਾਹ ਘਬਰਾ ਗਿਆ। ਉਸ ਕਦੇ ਪੈਸਾ ਹੱਥੋਂ ਨਹੀਂ ਸੀ ਛੱਡਿਆ, ਪਰ ਅੱਜ ਸੈਂਕੜਿਆਂ ਦੀ ਰਕਮ ਉਸਨੂੰ ਛੱਡਣੀ ਹੀ ਪਵੇਗੀ। ਜਾਨ ਨਾਲ ਜਹਾਨ ਹੈ, ਉਸ ਸੋਚਿਆ। ਆਪ ਮੋਏ ਜੱਗ ਪਰਲੋ, ਜੇ ਕਿਤੇ ਕੋਈ ਡਾਕੂ ਆ ਨਿਕਲੇ ਤਾਂ ਉਹ ਰਾਖੇ ਨੂੰ ਤਾਂ ਭਾਵੇਂ ਛੱਡ ਜਾਏ, ਪਰ ਲਾਲੂ ਸ਼ਾਹ ਨੂੰ ਨਹੀਂ ਛੱਡਣ ਲੱਗਾ, ਕਿਉਂਕਿ ਅਮੀਰ ਹੈ। ਅਮੀਰ ਨੂੰ ਦੇਖ ਕੇ ਤਾਂ ਡਾਕੂ ਨੇ ਉਹੀ ਨਹੀਂ ਛੱਡਣਾ, ਹਾਲੇ ਰਾਖੇ ਨੂੰ, ਗਰੀਬ ਨੂੰ ਦੇਖ ਕੇ ਤਾਂ ਉਹ ਛੱਡ ਹੀ ਦੇਵੇ, ਭਾਵੇਂ ਉਸ ਦੀ ਰੱਬ ਦੇ ਵਿੱਚ ਇੱਕ ਵੀ ਪੈਸਾ ਨਾ ਹੋਵੇ। ਹੁਣ ਲਾਲੂ ਸ਼ਾਹ ਭਾਵੇਂ ਬਾਗ ਦੇ ਵਿੱਚ ਖੜ੍ਹਾ ਹੈ, ਭਾਵੇਂ ਉਹ ਸ਼ਾਹ ਹੈ, ਪਰ ਉਹਦੀ ਜੇਬ ਦੇ ਵਿੱਚ ਕੋਈ ਵੀ ਪੈਸਾ ਨਹੀਂ ਹੈ। ਲਾਲੂ ਸ਼ਾਹ ਬੌਂਦਲਿਆ ਹੋਇਆ ਖੂਹ ਲਾਗੇ ਥੜੇ 'ਤੇ ਬੈਠ ਗਿਆ। ਰਾਖਾ ਉਸ ਥਾਂ ਦੇ ਲਾਗੋਂ ਲੰਘਿਆ ਜਿੱਥੇ ਸ਼ਹਿਰੀਏ ਕਲਰਕ ਨਹਿਰ ਕੰਢੇ ਬੈਠੇ ਹੋਏ ਸਨ। ਅੱਧਮੁਖਾਲੀਏ ਕਲਰਕ ਨੇ ਲਾਗੋਂ ਲੰਘੀ ਜਾਂਦੇ ਰਾਖੇ ਨੂੰ ਆਖਿਆ, ਕਿਉਂ ਬਈ, ਗਾਲਾਂ ਤੈਨੂੰ ਪੈਂਦੀਆਂ ਸੀ? ਜੀ ਬਾਊ ਜੀ। ਫਿਰ ਤੂੰ ਬਿਸਤਰਾ ਚੁੱਕੀ ਤੁਰਿਆ ਕਿੱਥੇ ਜਾਂਦਾ? ਮੈਨੂੰ ਸ਼ਾਹ ਹੋਰਾਂ ਕੱਢ ਦਿੱਤਾ। ਕਿਉਂ? ਮੈਨੂੰ ਤਾਪ ਚੜ੍ਹਿਆ ਹੋਇਆ ਸੀ। ਫਿਰ ਲੁਕਾਠਾਂ ਰੱਜ ਕੇ ਖਾਧੀਆਂ ਹੋਣੀਆਂ ਨੇ ਨਾ? ਹਾਂ ਜੀ। ਸਾਰੇ ਕਲਰਕ ਰਾਖੇ ਦਾ ਸੱਚ ਸੁਣ ਕੇ ਖਬਰੇ ਕਿਉਂ ਖਿੜਖਿੜਾ ਕੇ ਹੱਸ ਪਏ। ਕਿਸੇ ਨੇ ਉਸਦੀ ਨੌਕਰੀ ਛੁੱਟਣ 'ਤੇ ਅਫਸੋਸ ਨਾ ਕੀਤਾ, ਕਿਸੇ ਉਸਦੀ ਬਾਂਹ ਫੜ ਕੇ ਤਾਪ ਨਾ ਜਾਚਿਆ। ਭਾਵੇਂ ਉਹ ਸਾਰਿਆਂ ਕਲਰਕਾਂ ਕੋਲੋਂ ਸੋਹਣਾ ਸੀ, ਪਰ ਉਸਦੇ ਹੱਥਾਂ ਗੋਡਿਆਂ 'ਤੇ ਮੈਲ ਜੰਮੀ ਹੋਈ ਸੀ। ਸ਼ਾਇਦ ਉਹਨਾਂ ਸਮਝਿਆ ਕਿ ਉਹ ਖੁਦ ਹੀ ਇਸ ਗੰਦ ਦਾ ਜ਼ਿੰਮੇਵਾਰ ਹੈ, ਪਰ ਕਾਰਨਾਂ ਦੀ ਡੂੰਘਾਈ ਵਿੱਚ ਪਹੁੰਚਣ ਵਾਲੀ ਪੜ੍ਹਾਈ ਤਾਂ ਉਹਨਾਂ ਕਲਰਕਾਂ ਪੜ੍ਹੀ ਹੀ ਨਹੀਂ ਸੀ ਹੋਈ। ਬੱਚਿਓ, ਇਹ ਅਸੀਂ ਵੀ ਦੇਖਦੇ ਹਾਂ ਜਦੋਂ ਅਸੀਂ ਕਿਸੇ ਮੰਗਣ ਵਾਲੇ ਨੂੰ, ਭਿਖਾਰੀ ਨੂੰ ਆਪਾਂ ਸੜਕ ਦੇ ਉੱਤੇ ਦੇਖਦੇ ਹਾਂ, ਬੱਚਿਆਂ ਨੂੰ ਦੇਖਦੇ ਹਾਂ ਮੰਗਦਿਆਂ ਨੂੰ, ਗੰਦੇ ਮੈਲੇ ਕੁਚੈਲੇ ਕੱਪੜੇ ਪਾਏ ਹੁੰਦੇ, ਸਾਨੂੰ ਇਹ ਲੱਗਦਾ ਹੈ ਕਿ ਉਹ ਆਪ ਹੀ ਇਸ ਹਾਲਾਤ ਦੇ ਜ਼ਿੰਮੇਵਾਰ ਹੈ, ਉਹ ਜਾਣ ਕੇ ਮੰਗ ਰਹੇ ਹੈ। ਪਰ ਅਜਿਹਾ ਨਹੀਂ ਹੈ। ਜੇਕਰ ਅਸੀਂ ਉਹਨਾਂ ਦੀ ਸਥਿਤੀ ਨੂੰ ਜਾਣਨ ਦੀ ਕੋਸ਼ਿਸ਼ ਕਰੀਏ ਤਾਂ ਸਾਨੂੰ ਪਤਾ ਲੱਗੇਗਾ ਕਿ ਉਹ ਸੜਕਾਂ ਦੇ ਉੱਤੇ ਇਸ ਤਰ੍ਹਾਂ ਭਾਂਡਾ ਚੱਕ ਕੇ ਮੰਗਣ ਦੇ ਲਈ ਮਜਬੂਰ ਕਿਉਂ ਹੋਏ। ਇਸੇ ਤਰ੍ਹਾਂ ਸ਼ਾਹ ਜਾਂ ਉਹ ਜਿਹੜੇ ਕਲਰਕ ਹੈ, ਉਹਨਾਂ ਨੂੰ ਨਹੀਂ ਸਮਝ ਲੱਗ ਰਹੀ, ਕਿਉਂਕਿ ਉਹਨਾਂ ਨੇ ਉਹੋ ਜਿਹੀ ਪੜ੍ਹਾਈ ਨਹੀਂ ਕੀਤੀ, ਉਹਨਾਂ ਨੇ ਕਦੇ ਸੋਚਿਆ ਹੀ ਨਹੀਂ ਕਿ ਉਹਦੇ ਹਾਲਾਤ ਇਹੋ ਜਿਹੇ ਕਿਉਂ ਆ। ਇਸ ਕਰਕੇ ਉਹ ਉਹਦੇ ਉੱਤੇ ਬਿਨਾਂ ਸੋਚੇ ਸਮਝੇ ਹੱਸ ਵੀ ਪੈਂਦੇ ਆ। ਰਾਖਾ ਡਿੱਗਦਾ ਢਹਿੰਦਾ ਜਿਹਾ ਤੁਰੀ ਗਿਆ। ਸ਼ਾਮੀ ਉਹ ਘਰ ਪਹੁੰਚਿਆ। ਪਿੰਡੋਂ ਬਾਹਰਵਾਰ ਉਸਦੇ ਭਰਾ ਦਾ ਘਰ ਸੀ। ਉਸਦਾ ਪਿਓ ਮਰ ਚੁੱਕਾ ਸੀ। ਉਸਦੀ ਭਰਜਾਈ 3 ਬੱਚਿਆਂ ਦੀ ਮਾਂ ਸੀ। ਨੂੰਹ ਸੱਸ ਦੋਵੇਂ ਪਿੰਡ ਦੇ ਕੁਝ ਘਰਾਂ ਦਾ ਗੋਹਾ ਕੂੜਾ ਕਰਦੀਆਂ ਸਨ। ਭਰਾ ਪਾਕਿਸਤਾਨੋਂ ਆਉਣ ਤੋਂ ਮਗਰੋਂ ਸ਼ਹਿਰ ਵਿੱਚ ਨਵਾਂ ਪਾਂਡੀ ਦਾ ਕੰਮ ਕਰਨ ਸਿੱਖਿਆ ਸੀ। ਪਾਂਡੀ ਦਾ ਕੰਮ ਕੂਲੀ ਵਾਂਗੂ ਰੱਖ ਲਓ, ਸਮਾਨ ਦੀ ਢੋਆ ਢੁਆਈ ਕਰਨ ਦਾ ਕੰਮ ਕਰਦਾ ਸੀਗਾ। ਉਹ ਗਜ਼ਬ ਦਾ ਹਲਵਾਹਕ ਸੀ। ਪਾਕਿਸਤਾਨ ਵਿੱਚ ਉਸਦਾ ਆਪਣਾ ਹੱਲ ਸੀ ਅਤੇ ਉਹ ਠੇਕੇ 'ਤੇ ਵਾਹੀ ਕਰਦਾ ਸੀ। ਹੁਣ ਇਸ ਪੰਜਾਬ ਵਿੱਚ ਉਸਨੂੰ ਕੋਈ ਕਾਮਾ ਵੀ ਨਹੀਂ ਸੀ ਰੱਖਦਾ। ਇੱਕ ਟੱਬਰ ਦਾ ਟੱਬਰ ਭੁੱਖਾ ਮਰ ਰਿਹਾ ਸੀ। ਇਹ ਰਾਖਾ ਵੀ ਆਪਣੀ ਮਾਂ ਅਤੇ ਭਰਾ ਦੇ ਟੱਬਰ ਨੂੰ ਸਹਾਰਾ ਦੇ ਰਿਹਾ ਸੀ। ਉਸਦੀ 30 ਦਿਨਾਂ ਦੀ ਕਿਰਤ ਦਾ ਮੁੱਲ ਇਸ ਮਹਿੰਗਾਈ ਦੇ ਸਮੇਂ ਵਿੱਚ 17 ਰੁਪਏ ਸੀ। ਸੋ ਰਾਖੇ ਦੀ
ਮਹੀਨੇ ਦੀ ਤਨਖਾਹ ਕਿੰਨੀ ਹੈ? 17 ਰੁਪਏ। ਇਹਦੇ ਨਾਲ ਹੀ ਪਰਿਵਾਰ ਦਾ ਗੁਜ਼ਾਰਾ ਚੱਲਦਾ ਹੈ। ਰਾਖਾ ਮੰਜੀ ਢਾਹ ਕੇ ਵਲੇਟਿਆ ਬਿਸਤਰਾ ਸਿਰਹਾਣੇ ਰੱਖ ਕੇ ਲੇਟ ਗਿਆ। ਜਦੋਂ ਸੱਸ ਨੂੰ ਪਿੰਡੋਂ ਮੁੜੀਆਂ ਤਾਂ ਉਹਨਾਂ ਉਸ ਨੂੰ ਮੰਜੀ 'ਤੇ ਲੇਟਿਆ ਦੇਖਿਆ। ਵੇ ਬਾਰੂ, ਭਰਜਾਈ ਨੇ ਆਖਿਆ। ਕਿਉਂ ਵੇ, ਤੂੰ ਕਿੱਦਾਂ? ਬਾਰੂ ਜਾਗ ਜਿਹਾ ਪਿਆ ਤਾਪਦੀ ਨੀਂਦਰੋਂ। ਉਸ ਦਾ ਅਸਲੀ ਨਾਂ ਬਹਾਦਰ ਸੀ, ਪਰ ਬਾਹਰ ਵਿੱਚ ਜੰਮਣ ਪਲਣ ਕਰਕੇ ਉਸ ਨੂੰ ਸਾਰੇ ਹੀ ਬਾਰੂ ਕਹਿੰਦੇ ਸਨ। ਬਾਰੂ ਰੋਣ ਹਾਕਾ ਜਿਹਾ ਹੋ ਕੇ ਕਹਿਣ ਲੱਗਾ, ਸ਼ਾਹ ਨੇ ਮੈਨੂੰ ਕੱਢ ਦਿੱਤਾ। ਨੂੰਹ ਸੱਸ 'ਤੇ ਜਿਵੇਂ ਬਿਜਲੀ ਪੈ ਗਈ। ਕਿਸੇ ਨੇ ਬਾਰੂ ਦਾ ਤਾਪ ਨਾ ਦੇਖਿਆ। ਰੋਟੀਆਂ ਦਾ ਫਿਕਰ ਪੈ ਗਿਆ। ਬਾਰੂ ਦੇ 17 ਰੁਪਏ ਤਾਂ ਪੱਕੇ ਸਨ। ਬਾਰੂ ਦੇ ਭਰਾ ਦੀ ਆਮਦਨ ਤਾਂ ਕੋਈ ਪੱਕੀ ਨਹੀਂ ਸੀ ਨਾ। ਉਹ ਤਾਂ ਮਜ਼ਦੂਰ ਸੀ। ਹੁਣ ਘਰ ਦੇ ਵਿੱਚ ਗਰੀਬੀ ਹੋਵੇ, ਦਲਿੱਦਰ ਹੋਵੇ, ਤਾਂ ਜੇਕਰ ਇੱਕ ਬੰਦਾ ਜਿਹਦੀ 17 ਰੁਪਏ ਤਨਖਾਹ ਦੇ ਨਾਲ ਸਾਰਾ ਘਰ ਚੱਲਦਾ, ਜੇਕਰ ਉਹ ਨੌਕਰੀ ਛੱਡ ਆਵੇ ਤਾਂ ਫਿਕਰ ਤਾਂ ਸਾਰਿਆਂ ਨੂੰ ਹੁੰਦਾ। ਇਸ ਕਰਕੇ ਨੂੰਹ ਅਤੇ ਸੱਸ ਦੋਨੋਂ ਘਬਰਾ ਜਾਂਦੀਆਂ। ਤੇ ਵੀ ਹੋਇਆ ਕੀ ਸੀ? ਫਿਰ ਭਰਜਾਈ ਨੇ ਹੀ ਪੁੱਛਿਆ। ਭਾਬੀ, ਮੈਨੂੰ ਤਾਪ ਚੜ੍ਹ ਗਿਆ ਸੀ। ਮੈਂ ਲੰਮਾ ਪਿਆ ਹੋਇਆ ਸਾਂ ਤਾਂ ਉੱਤੋਂ ਆ ਗਿਆ ਸ਼ਾਹ। ਉਹ ਲੱਗਾ ਗੰਦੀਆਂ ਗਾਲਾਂ ਕੱਢਣ। ਮੈਂ ਕਿਹਾ ਗਾਲਾਂ ਨਾ ਕੱਢ, ਤੇ ਉਹਨੇ ਮੈਨੂੰ ਕੱਢ ਦਿੱਤਾ। ਐਉਂ ਮਰਖਾਂ, ਮਾਂ ਨੇ ਆਖਿਆ। ਤੇ ਤੇਰੀ ਕਿਹੜੀ ਗਾਲਾਂ ਨਾਲ ਲੱਤ ਭੱਜ ਗਈ ਸੀ? ਤੂੰ ਕਿਹੜੀ ਗੱਲੋਂ ਉਸ ਦੀਆਂ ਗਾਲਾਂ ਟੋਕਣੀਆਂ ਸਨ? ਕੱਢੀ ਜਾਣ ਦੇਨੋਂ। ਬੇਬੇ, ਉਹ ਤੈਨੂੰ ਗਾਲਾਂ ਕੱਢਦਾ ਸੀ। ਤੇ ਫੇਰ ਕੀ ਹੋਇਆ ਜੇ ਮੈਨੂੰ ਗਾਲਾਂ ਕੱਢਦਾ ਸੀ? ਮੈਨੂੰ ਕਿਤੇ ਲੱਗ ਗਈ ਏ? ਮਾਂ ਨੇ ਆਖਿਆ। ਬੇਬੇ, 37 ਚੱਕ ਵਿੱਚ ਤੇ ਭਾ ਤੇਰੀ ਗਾਲ ਪਿੱਛੇ ਲੰਬੜਾਂ ਕੇ ਨਾਹਰ ਸਹੁੰ ਦਾ ਸਿਰ ਪਾੜ ਆਇਆ ਸੀ। ਵੇ ਮਰ ਗਿਆ, ਇਹ 37 ਚੱਕ ਹੈ? ਭਰਜਾਈ ਬੋਲੀ। ਤੇ ਤੈਨੂੰ ਤਾਪ ਕਿੱਦਾਂ ਚੜ੍ਹਿਆ ਵੇ? ਲੁਕਾਠਾਂ ਖਾਧੀਆਂ ਹੋਣੀਆਂ ਨੇ ਰੱਜ ਕੇ। ਬੱਚਿਓ, ਲੁਕਾਠ ਇੱਕ ਫਲ ਹੈ। ਜੇਕਰ ਉਹਨੂੰ ਜ਼ਿਆਦਾ ਖਾ ਲਿਆ ਜਾਵੇ ਤਾਂ ਉਹਦੇ ਨਾਲ ਬੁਖਾਰ ਚੜ੍ਹ ਜਾਂਦਾ ਹੈ, ਗਰਮ ਹੁੰਦੀਆਂ ਇਹ। ਤੇ ਤੂੰ ਭਾਬੀ ਕਿਹੜੀ ਪਰਸੋਂ ਰੋਟੀ ਲੈ ਕੇ ਆਪੜੀ ਸੈਂ, ਤੇ ਫਿਰ ਅੱਜ ਨਾ ਸ਼ਾਹ ਵੇਲਾ ਤੇ ਨਾ ਰੋਟੀ। ਦੱਸ ਫਿਰ ਕੀ ਕਰਦਾ? ਹੁਣ ਇਹ ਗਰੀਬੀ ਹੀ ਝਲਕਦੀ ਹੈ, ਜਿਸ ਕਰਕੇ ਉਹਨੂੰ ਰੋਟੀ ਨਹੀਂ ਮਿਲਦੀ। ਨਾ ਸਵੇਰ ਨੂੰ ਨਾ ਦੁਪਹਿਰ ਨੂੰ ਉਹਨੂੰ ਰੋਟੀ ਆਈ, ਇਸ ਕਰਕੇ ਉਹ ਰੱਜ ਕੇ ਲੁਕਾਠਾਂ ਖਾ ਲੈਂਦਾ, ਜਿਹਦੇ ਕਰਕੇ ਉਹਨੂੰ ਬੁਖਾਰ ਚੜ੍ਹਦਾ। ਭਾਬੀ ਚੁੱਪ ਹੋ ਗਈ, ਪਰ ਮਾਂ ਬੋਲੀ। ਵੇ ਉਹ ਵੀ ਤੁਹਾਡੇ ਪਿੱਛੇ ਲੰਬੜਾਂ ਦੀ ਵਗਾਰ ਕਰਨ ਗਈ ਹੋਈ ਸੀ, ਤੇ ਨਾਲੇ ਆਟਾ ਵੀ। ਹੁਣ ਮਾਂ ਕੀ ਕਹਿੰਦੀ ਹੈ ਕਿ ਭਾਬੀ ਵਗਾਰ ਕਰਨ ਗਈ ਹੋਈ ਸੀ। ਬੱਚਿਓ, ਵਗਾਰ ਹੁੰਦੀ ਹੈ ਬਿਨਾਂ ਪੈਸੇ ਲਏ ਕਿਸੇ ਦੇ ਘਰ ਕੰਮ ਕਰਨਾ। ਇਹ ਦਲਿਤ ਸਮਾਜ ਦੇ ਨਾਲ ਹੁੰਦਾ ਰਹਿੰਦਾ ਹੈ। ਦਲਿਤ ਸਮਾਜ ਦੇ ਲੋਕ ਕਿਸੇ ਅਮੀਰ ਦੇ ਘਰ ਕਈ ਵਾਰੀ ਵਗਾਰ ਵੀ ਉਹਨਾਂ ਨੂੰ ਕਰਨੀ ਪੈਂਦੀ ਹੈ, ਕਿਉਂਕਿ ਕਿਤੇ ਨਾ ਕਿਤੇ ਉਹਨਾਂ ਘਰਾਂ ਦੇ ਵਿੱਚ ਉਹਨਾਂ ਨੂੰ ਕੰਮ ਮਿਲਦਾ ਰਹਿੰਦਾ। ਸੋ ਇਸ ਕਰਕੇ ਉਹਨਾਂ ਨੂੰ ਵਗਾਰ ਕਰਨੀ ਪੈਂਦੀ ਹੈ। ਅਤੇ ਹੁਣ ਮਾਂ ਦੱਸਦੀ ਹੈ ਕਿ ਉਹਦੀ ਭਾਬੀ ਵਗਾਰ ਕਰਨ ਗਈ ਹੋਈ ਸੀ ਅਤੇ ਘਰ ਦੇ ਵਿੱਚ ਆਟਾ ਵੀ ਨਹੀਂ ਸੀ। ਅਤੇ ਨਾ ਵਗਾਰ ਕਰਨ ਜਾਂਦੀ, ਬਾਰੂ ਨੇ ਮੁੰਡਪਣੇ ਦੀ ਹੈਂਕੜ ਵਿੱਚ ਬੇਸੁਰਤੀ ਉਘਾੜਦਿਆਂ ਆਖਿਆ। ਜਵਾਨ ਖੂਨ ਹੈ, ਇਸ ਕਰਕੇ ਉਹ ਹੁਣ ਮੁੰਡਪਣੇ ਦੀ ਹੈਂਕੜ ਦੇ ਵਿੱਚ ਇਹ ਬੋਲ ਦਿੰਦਾ ਹੈ ਕਿ ਨਾ ਜਾਂਦੀ ਫਿਰ ਵਗਾਰ ਕਰਨ ਦੀ ਕੀ ਲੋੜ ਸੀ। ਮਾਂ ਆਖਰ ਮੰਜੇ 'ਤੇ ਬੈਠ ਹੀ ਗਈ। ਮਲੇਰੀਆ ਆਪਣਾ ਜ਼ੋਰ ਦਿਖਾ ਕੇ ਉਤਰ ਰਿਹਾ ਸੀ। ਪਸੀਨਾ ਤੁਰਨ ਨਾਲ ਖੂਬ ਆ ਗਿਆ ਸੀ, ਪਰ ਫਿਰ ਵੀ ਮਾਂ ਦਾ ਮਨ ਜਿੱਤਣ ਦੇ ਲਈ ਪਿੰਡਾ ਕਾਫੀ ਤੱਤਾ ਸੀ। ਜਾ ਨਹੀਂ ਮਹਿੰਗੀ, ਕਿਤੋਂ ਦੁੱਧ ਲਿਆ, ਉਸ ਨੂੰ ਆਖਿਆ। ਜਦੋਂ ਦੇ ਮਹਿੰਗੀ ਦੇ ਆਪਣੇ ਬਾਲ ਹੋਏ ਸਨ, ਉਹ ਬਾਰੂ ਨੂੰ ਕੁਝ ਓਪਰਾ ਜਾਣਨ ਲੱਗ ਪਈ ਸੀ। ਭਾਵੇਂ ਬਾਰੂ ਦੀ ਮਿਹਨਤ ਨਾਲ ਉਸਦੇ ਆਪਣੇ ਬੱਚੇ ਪਲਦੇ ਸਨ। ਆਖਣ ਲੱਗੀ, ਕਿੱਥੋਂ ਲਿਆਵਾਂ ਸਾੜਾਂ? ਪੈਸੇ ਬਿਨਾਂ ਇਸ ਦੇ ਮਿਲਦਾ ਏ? ਜਾਂ ਨਹੀਂ ਕਿਸੇ ਗੋਹੇ ਕੂੜੇ ਵਾਲੇ ਘਰੋਂ ਮੰਗ ਲਿਆ। ਇੰਨੇ ਨੂੰ ਬਾਰੂ ਦਾ ਭਰਾ ਆ ਗਿਆ। ਬਾਰੂ ਨੂੰ ਦੇਖਿਆ। ਚੰਗਾ ਹੋ ਗਿਆ ਆ ਗਿਆ ਏ, ਉਸ ਆਖਿਆ। ਮੁੰਡੇ ਕੋਲੋਂ ਸਾਨੂੰ ਕੋਈ ਪੈਸੇ ਚੰਗੇ ਨੇ? ਆ ਲੈ ਦੁੱਧ ਲਿਆ। ਬਾਰੂ ਦੇ ਭਰਾ ਨੇ ਪੈਸੇ ਮਹਿੰਗੀ ਦੇ ਹੱਥ ਫੜਾਉਂਦਿਆਂ ਕਿਹਾ। ਮਹਿੰਗੀ ਮੂੰਹ ਵੱਟੀ ਭਾਂਡਾ ਚੁੱਕ ਕੇ ਦੁੱਧ ਲੈਣ ਚਲੀ ਗਈ ਅਤੇ ਬਾਰੂ ਦਾ ਭਰਾ ਰੱਸਾ ਰੱਖ ਕੇ ਭਰਾ ਦੀ ਪੁਆਂਦੀ ਬੈਠ ਗਿਆ ਅਤੇ ਮਾਂ ਨੂੰ ਕਿਹਾ, ਕੁੱਲ 15 ਬਣੇ ਨੇ ਅੱਜ। ਬਾਰੂ ਦਾ ਬੁਖਾਰ ਹੁਣ ਉਤਰ ਰਿਹਾ ਸੀ। ਮੈਂ ਭਰਾ ਹੁਣੇ ਬਾਗ ਨੂੰ ਚਲਾ ਜਾਂਗਾ, ਮੈਥੋਂ ਭੁੱਲ ਹੋ ਗਈ। ਬਾਰੂ ਦੀ ਮਾਂ ਨੇ ਸਾਰੀ ਕਹਾਣੀ ਸੁਣਾਈ। ਉਸ ਰਾਤ ਬਾਰੂ ਦਾ ਭਰਾ ਬਾਗ ਦੀ ਰਾਖੀ ਕਰਨ ਚਲਾ ਗਿਆ। ਹੁਣ ਬਾਰੂ ਨੂੰ ਬੁਖਾਰ ਚੜ੍ਹਿਆ ਹੋਇਆ, ਇਸ ਕਰਕੇ ਬਾਰੂ ਦਾ ਭਰਾ ਬਾਗ ਦੀ ਰਾਖੀ ਕਰਨ ਦੇ ਲਈ ਚਲਾ ਜਾਂਦਾ। ਦਾਲ ਜੋਗਾ ਕੋਈ ਪੈਸਾ ਨਾ ਬਚਿਆ। ਮਿੱਸੀਆਂ ਰੋਟੀਆਂ ਪਾਣੀ ਨਾਲ ਸੰਘੋ ਥੱਲੇ ਲਾਈਆਂ ਗਈਆਂ। ਹਾਂ, ਬਾਰੂ ਨੂੰ ਬਦੋ-ਬਦੀ ਪਾ ਦੁੱਧ ਪਿਲਾ ਦਿੱਤਾ ਗਿਆ। ਬਾਰੂ ਨੂੰ ਨੀਂਦ ਆ ਗਈ, ਪਰ ਅੱਧੀ ਰਾਤੀ ਉਹ ਪਿਸ਼ਾਬ ਕਰਨ ਉੱਠਿਆ ਤਾਂ ਕਮਜ਼ੋਰੀ ਨਾਲ ਉਸਨੂੰ ਭੁਆਂਟਣੀ ਆ ਗਈ। ਚੱਕਰ ਜਿਹਾ ਆ ਜਾਂਦਾ ਉਹਨੂੰ।
ਉਸ ਕਿਸੇ ਨੂੰ ਨਾ ਦੱਸਿਆ। ਉਹ ਅੱਖਾਂ ਪਾੜ ਪਾੜ ਕੇ ਤਾਰਿਆਂ ਵੱਲ ਵੇਖਦਾ, ਜੋ ਖਬਰੇ ਆਪਣੀ ਚੁੱਪ ਬੋਲੀ ਵਿੱਚ ਹਰੀਜਨਾਂ ਦੀ ਕਥਾ ਕਹਿ ਰਹੇ ਸਨ। ਹਰੀਜਨ ਨੀਵੀਆਂ ਜਾਤੀਆਂ, ਬੱਚਿਓ ਤੁਸੀਂ ਸੁਣਿਆ ਹੋਵੇਗਾ। ਆਰੀਆ ਸੱਭਿਅਤਾ ਦੀ ਮਿਹਨਤ ਦੀ ਵੰਡ ਤੋਂ ਪੱਕੀ ਹੋਈ ਜਾਤ ਵੰਡ ਅਤੇ ਜਾਤ ਵੰਡ ਵਿੱਚ ਵਿਚਾਰੇ ਸ਼ੂਦਰ ਇੱਕ ਅਤਿਅੰਤ ਦੁੱਖ ਭਰੀ ਕਹਾਣੀ ਸਨ। ਇਸ ਨੂੰ ਉਹ ਸਦਾ ਤੋਂ ਹਿੰਦ ਵਿੱਚ ਦੇਖਦੇ ਆਏ ਸਨ। ਹੋਰਨਾਂ ਦੇਸ਼ਾਂ ਵਿੱਚ ਅਮੀਰ ਅਤੇ ਗਰੀਬ ਦੋ ਜਮਾਤਾਂ ਸਨ, ਪਰ ਹਿੰਦ ਵਿੱਚ ਹਜ਼ਾਰਾਂ ਜਮਾਤ ਬੰਦੀਆਂ ਸਨ ਅਤੇ ਚੂੜਿਆਂ ਅਤੇ ਚਮਿਆਰਾਂ ਦਾ ਉਸ ਵਿੱਚ ਸਭ ਤੋਂ ਨੀਵਾਂ ਦਰਜਾ ਸੀ। ਬਾਰੂ ਤਾਰਿਆਂ ਦੀ ਬੋਲੀ ਸਮਝ ਨਹੀਂ ਸਕਦਾ ਸੀ, ਪਰ ਉਹ ਉਸ ਨੂੰ ਹੀ ਤਾਂ ਸੁਣਾ ਰਹੇ ਸਨ। ਇਹ ਦੁਖਾਂਤ ਕਥਾ ਬਾਰੂ ਦੇ ਸਦੀਆਂ ਪਹਿਲੇ ਬਜ਼ੁਰਗਾਂ ਦੇ ਕੰਨਾਂ ਵਿੱਚ ਸਿੱਕਾ ਢਾਲ ਕੇ ਪਾਇਆ ਗਿਆ। ਮੂਰਖ। ਹੁਣ ਬੱਚੋ ਇਸ ਕਹਾਣੀ ਵੀ ਤੁਸੀਂ ਸੁਣੀ ਹੋਏਗੀ। ਕਹਿੰਦੇ ਆ ਕਿ ਪਹਿਲੇ ਸਮਿਆਂ ਦੇ ਵਿੱਚ ਸ਼ੂਦਰ ਲੋਕਾਂ ਨੂੰ ਕੋਈ ਵੀ ਪੜ੍ਹਾਈ ਦੇ ਨਾਲ ਸੰਬੰਧਿਤ ਗੱਲ ਕਰਨ ਦਾ ਅਧਿਕਾਰ ਨਹੀਂ ਸੀਗਾ। ਜੇਕਰ ਉਹ ਕੋਈ ਕਥਾ ਕਹਾਣੀ ਕੋਈ ਗੱਲ ਸੁਣ ਵੀ ਲੈਂਦੇ ਹੁੰਦੇ ਸੀਗੇ ਵਿੱਦਿਆ ਦੇ ਨਾਲ ਸੰਬੰਧਿਤ, ਤਾਂ ਉਹਨਾਂ ਦੇ ਕੰਨਾਂ ਦੇ ਵਿੱਚ ਸਿੱਕਾ ਢਾਲ ਕੇ ਪਾ ਦਿੱਤਾ ਜਾਂਦਾ ਸੀਗਾ, ਕੱਚ ਢਾਲ ਕੇ ਪਾ ਦਿੱਤਾ ਜਾਂਦਾ ਹੁੰਦਾ ਸੀਗਾ। ਦੇਵ ਬਾਣੀ ਸੁਣਨ ਦਾ ਹੀਆਂ ਕਰਦੇ ਸਨ। ਮਹਾਤਮਾ ਬੁੱਧ ਆਪ ਤਾਂ ਹਿੰਦੂਆਂ ਦਾ ਅਵਤਾਰ ਬਣ ਬੈਠਾ, ਪਰ ਵਿਚਾਰੇ ਅਛੂਤ ਜਿਨ੍ਹਾਂ ਨੂੰ ਉਸ ਚੁੱਕਣ ਦਾ ਆਵਾਜ਼ਾ ਲਾਇਆ, ਉਹ ਹੋਰ ਡੂੰਘੇ ਟੋਏ ਵਿੱਚ ਘੱਤੇ ਗਏ। ਹੁਣ ਕਹਾਣੀਕਾਰ ਦੱਸਦਾ ਹੈ ਕਿ ਵੱਖ ਵੱਖ ਸਮੇਂ 'ਤੇ ਭਾਵੇਂ ਕੁਝ ਸੰਤ ਹੋਏ ਆ, ਫਕੀਰ ਹੋਏ ਆ ਜਾਂ ਗੁਰੂ ਹੋਏ ਆ, ਜਿਨ੍ਹਾਂ ਨੇ ਇਹਨਾਂ ਅਛੂਤ ਜਾਤੀਆਂ ਦੇ ਲੋਕਾਂ ਨੂੰ ਉੱਚਾ ਚੱਕਣ ਦੀ ਕੋਸ਼ਿਸ਼ ਕੀਤੀ, ਪਰ ਉਹਦੇ ਨਾਲ ਇਹਨਾਂ ਲੋਕਾਂ ਦਾ ਕੁਝ ਨਹੀਂ ਸੰਵਰਿਆ। ਰਵਿਦਾਸ ਚਮਿਆਰ, ਜਿਸ ਦੇ ਬਜ਼ੁਰਗ ਬਨਾਰਸ ਦੇ ਲਾਮ ਸ਼ਾਮ ਢੋਇਆ ਕਰਦੇ ਸਨ, ਰਾਮ ਨਾਮ ਨਾਲ ਤਰ ਗਿਆ, ਭਗਤ ਬਣ ਗਿਆ, ਪਰ ਉਸਦੇ ਭਰਾ ਪੁੱਤਰ ਆਰੀਆ ਹਿੰਦੂਆਂ ਦੇ ਵਹਿਮਾਂ ਦੇ ਵਹਿਣਾਂ ਵਿੱਚ ਡੁੱਬ ਮੋਏ। ਕਬੀਰ ਜੀ ਦੇ ਤੁਮ ਕਤ ਬ੍ਰਾਹਮਣ ਹਮ ਕਤ ਸੂਤ ਹਮ ਕਤ ਲੋਹੋ ਤੁਮ ਕਤ ਦੂਤ ਵਿੱਚ ਹਿੰਦੂ ਸਮਾਜ ਨੂੰ ਸ਼ਾਸਤਰ ਅਨੁਸਾਰ ਕੋਈ ਕਾਟਵੀਂ ਦਲੀਲ ਨਾ ਦਿੱਤੀ। ਹੁਣ ਲੇਖਕ ਦਾ ਕਹਿਣਾ ਹੈ ਕਿ ਕਬੀਰ ਜੀ ਨੇ ਵੀ ਭਾਵੇਂ ਕਿਹਾ ਕਿ ਜਾਤੀ ਪਾਤੀ ਕੁਛ ਨਹੀਂ ਹੈ, ਸਾਰੇ ਇੱਕੋ ਜਿਹੇ ਆ, ਪਰ ਕਹਿੰਦਾ ਇਹਦੇ ਵਿੱਚ ਵੀ ਉਹਨਾਂ ਨੇ ਹਿੰਦੂ ਸਮਾਜ ਨੂੰ ਕੋਈ ਵੀ ਐਸੀ ਕਾਟਵੀਂ ਗੱਲ ਨਹੀਂ ਕਹੀ ਜਿਹਦੇ ਕਰਕੇ ਲੋਕ ਇਹਨਾਂ ਦੀ ਸੋਚ ਦੇ ਵਿੱਚੋਂ ਬਾਹਰ ਆ ਸਕਦੇ। ਨਾਨਕ ਗੁਰੂ ਗੋਬਿੰਦ ਸਿੰਘ ਨੇ ਛੂਤ ਅਛੂਤ ਸਾਰਿਆਂ ਨੂੰ ਇੱਕੋ ਅੰਮ੍ਰਿਤ ਦਾ ਵਾਟਾ ਦਿੱਤਾ, ਪਰ ਜਾਤ ਫਿਰ ਸਨਾਤਨੀਆਂ ਦੇ ਅਸਰ ਸਦਕਾ ਜਿਉਂਦੀ ਰਹੀ। ਭਾਵੇਂ ਗੁਰੂ ਸਾਹਿਬਾਨਾਂ ਨੇ ਵੀ ਕੋਸ਼ਿਸ਼ ਕੀਤੀ ਕਿ ਲੋਕਾਂ ਨੂੰ ਇਸ ਜਾਤੀ ਪਾਤੀ ਦੇ ਬੰਧਨ ਦੇ ਵਿੱਚੋਂ ਕੱਢਿਆ ਜਾਵੇ, ਪਰ ਕਹਿੰਦਾ ਉਹਦੇ ਨਾਲ ਵੀ ਕੁਝ ਨਹੀਂ ਬਣ ਸਕਿਆ। ਸਮਾਂ ਕਿ ਸਨਾਤਨ ਧਰਮ ਵੀ ਤੁਸੀਂ ਸੁਣਿਆ ਹੋਏਗਾ, ਕਈ ਕੱਟੜ ਸਨਾਤਨ ਧਰਮੀ ਹੁੰਦੇ ਆ ਜਿਹੜੇ ਕਿ ਲੋਕਾਂ ਨੂੰ ਵਹਿਮਾਂ ਦੇ ਵਿੱਚ ਪਾਉਂਦੇ। ਕਹਿੰਦਾ ਉਹਨਾਂ ਦੇ ਅਸਰ ਸਦਕਾ ਫਿਰ ਵੀ ਨਾ ਅਛੂਤ ਲੋਕਾਂ ਦਾ ਕੁਝ ਨਹੀਂ ਬਣ ਸਕਿਆ। ਗਾਂਧੀ ਨੇ ਅਛੂਤਾਂ ਅਤੇ ਮੁਸਲਮਾਨਾਂ ਦੇ ਜੋੜ ਨਾਲ ਹਿੰਦ ਜਾਂਦਾ ਦੇਖਿਆ ਤਾਂ ਅਛੂਤ ਹਿੰਦੂ ਹੈ ਦਾ ਨਾਅਰਾ ਲਾਇਆ ਅਤੇ ਹਿੰਦ ਨੂੰ ਬਚਾ ਕੇ ਚੂੜੇ ਚਮਿਆਰਾਂ ਨੂੰ ਹਰੀਜਨ ਬਣਾ ਦਿੱਤਾ। ਜਦੋਂ ਸਾਡੀ ਆਜ਼ਾਦੀ ਹੋਈ, ਆਜ਼ਾਦੀ ਮਿਲਣ ਤੋਂ ਪਹਿਲਾਂ ਜਦੋਂ ਪਾਕਿਸਤਾਨ ਬਣਨ ਦੀਆਂ ਗੱਲਾਂ ਚੱਲ ਰਹੀਆਂ ਸੀਗੀਆਂ, ਤਾਂ ਉਦੋਂ ਮੁਸਲਮਾਨ ਚਾਹੁੰਦੇ ਸੀਗੇ ਕਿ ਇਹ ਅਛੂਤ ਜਾਤੀਆਂ ਸਾਡੇ ਨਾਲ ਰਲ ਜਾਣ। ਅਤੇ ਫਿਰ ਉਦੋਂ ਜਦੋਂ ਦੇਖਿਆ ਮਹਾਤਮਾ ਗਾਂਧੀ ਜੀ ਵਰਗਿਆਂ ਨੇ, ਤਾਂ ਉਹਨਾਂ ਨੇ ਇਹ ਸੋਚਿਆ ਕਿ ਜੇਕਰ ਇਹ ਅਛੂਤ ਵੀ ਉੱਧਰ ਚਲੇ ਗਏ ਫਿਰ ਤਾਂ ਹਿੰਦੁਸਤਾਨ ਨੂੰ ਹੋਰ ਵੀ ਘਾਟਾ ਹੋਏਗਾ। ਇਸ ਕਰਕੇ ਉਹਨਾਂ ਨੇ ਅਛੂਤ ਹਿੰਦੂ ਹੈ ਦਾ ਨਾਅਰਾ ਲਾ ਕੇ ਅਛੂਤਾਂ ਨੂੰ ਹਿੰਦੂਆਂ ਦੇ ਨਾਲ ਹਿੰਦ ਦੇ ਨਾਲ ਜੋੜਨ ਦੀ ਉਹਨਾਂ ਨੇ ਕੋਸ਼ਿਸ਼ ਕੀਤੀ ਅਤੇ ਇਹਨਾਂ ਲੋਕਾਂ ਨੂੰ ਹਰੀਜਨ ਦਾ ਨਾਮ ਦਿੱਤਾ ਸੀਗਾ ਮਹਾਤਮਾ ਗਾਂਧੀ ਜੀ ਨੇ। ਮੰਦਰਾਂ ਦੇ ਬੂਹੇ ਖੁੱਲ੍ਹ ਗਏ ਕਿ ਅੱਗੇ ਕਈ ਵਾਰੀ ਬੂਹੇ ਖੁੱਲ੍ਹ ਕੇ ਬੰਦ ਨਹੀਂ ਹੋਏ ਸਨ। ਹਰੀਜਨ ਦਾ ਅਰਥ ਕੀ ਹਾਲੀ ਵੀ ਚੂੜਾ ਜਾਂ ਚਮਿਆਰ ਨਹੀਂ। ਜੇ ਉਹ ਸਿੱਖ ਬਣੇ ਤਾਂ ਚੌਥੇ ਪਾੜੇ ਦੇ ਹੋ ਗਏ, ਜੇ ਉਹ ਆਰੀਆ ਸਮਾਜੀ ਬਣੇ ਤਾਂ ਮਹਾਸ਼ੇ ਹੋ ਗਏ, ਜੇ ਕ੍ਰਿਸਤਾਨੀ ਬਣੇ ਤਾਂ ਹਸਾਈ ਹੋ ਗਏ। ਬਣਿਆ ਕੀ ਉਹਨਾਂ ਦਾ? ਚੌਥੇ ਪਾੜੇ, ਮਹਾਸ਼ੇ, ਹਸਾਈ ਅਤੇ ਹਰੀਜਨ ਕਹਿਣ ਨਾਲ ਉਹਨਾਂ ਦਾ ਜੀਵਨ ਪੱਧਰ ਉੱਚਾ ਨਹੀਂ ਹੋਇਆ। ਗਾਲਾਂ ਦੀ ਈਜਾਦ ਹਰੀਜਨਾਂ ਲਈ ਹੀ ਤਾਂ ਕੀਤੀ ਗਈ ਹੈ। ਹਿੰਦੁਸਤਾਨ ਦੀਆਂ 3/4 ਗਾਲਾਂ ਦਾ ਉਹ ਹੱਕਦਾਰ ਹੈ। ਉਸ ਦੀ ਧੀ ਕਿਸੇ ਦੀ ਧੀ ਨਹੀਂ, ਉਸ ਦੀ ਭੈਣ ਕਿਸੇ ਦੀ ਭੈਣ ਨਹੀਂ, ਗਵਾਰ ਉਸਦਾ ਜਮਾਂਦਰੂ ਹੱਕ ਹੈ। ਹਿੰਦ ਦੇ ਪਾਲਕ ਹਰੀਜਨ ਨੂੰ ਹਿੰਦ ਦੇ ਪਿੰਡਾਂ ਵਿੱਚ ਕੁੱਲੀ ਪਾਉਣ ਦਾ ਵੀ ਹੱਕ ਨਹੀਂ। ਹੁਣ ਭਾਵੇਂ ਮਹਾਤਮਾ ਗਾਂਧੀ ਨੇ ਵੀ ਉਹਨਾਂ ਨੂੰ ਅਛੂਤਾਂ ਨੂੰ ਹਰੀਜਨ ਦਾ ਨਾਮ ਦੇ ਦਿੱਤਾ, ਪਰ ਭਾਵੇਂ ਇਹਨਾਂ ਦੇ ਵਿੱਚੋਂ ਅਛੂਤਾਂ ਦੇ ਵਿੱਚੋਂ ਕਈ ਹਿੰਦੂ ਬਣ ਗਏ, ਕਈ ਸਿੱਖ ਧਰਮ ਦੇ ਵਿੱਚ ਆ ਗਏ, ਪਰ ਕਿਆ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਕੋਈ ਫਰਕ ਪਿਆ ਇਹਨਾਂ ਗੱਲਾਂ ਦੇ ਨਾਲ?
ਲੇਖਕ ਦਾ ਕਹਿਣਾ ਹੈ ਇਹਨਾਂ ਗੱਲਾਂ ਦੇ ਨਾਲ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਕੋਈ ਵੀ ਫਰਕ ਨਹੀਂ ਪਿਆ, ਕਿਉਂਕਿ ਆਪਾਂ ਮੰਨਦੇ ਹਾਂ ਕਿ ਸਿੱਖ ਧਰਮ ਦੇ ਵਿੱਚ ਜਾਤ ਪਾਤ ਹੈ ਨਹੀਂ, ਪਰ ਜੇਕਰ ਕੋਈ ਅਛੂਤ ਸਿੱਖ ਧਰਮ ਦੇ ਵਿੱਚ ਆਇਆ ਤਾਂ ਵੀ ਉਹਦੇ ਨਾਮ ਦੇ ਨਾਲ ਉਹਦੀ ਜਾਤ ਜੋੜ ਹੀ ਦਿੱਤੀ ਗਈ ਹੈ, ਅਤੇ ਉਹ ਸਿੱਖ ਹੁੰਦੇ ਹੋਏ ਵੀ ਆਪਣੀ ਪਿਛਲੀ ਜਾਤੀ ਤੋਂ ਉਹ ਆਪਣਾ ਖਹਿੜਾ ਨਹੀਂ ਛੁਡਾ ਸਕਦਾ। ਕਹਿੰਦਾ ਅੱਗੇ ਲਿਖਦਾ ਉਹ, ਹਾ 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 ਜਿਵੇਂ ਤਾਰੇ ਖਿੜਖਿੜਾ ਹੱਸ ਪਏ। ਪਰ ਕੌਣ ਸੁਣਦਾ ਤਾਰਿਆਂ ਦੀ ਕਹਾਣੀ? ਉਹਨਾਂ ਦੇ ਹਰੀਜਨ ਦੀ ਹਮਦਰਦੀ ਵਿੱਚ ਰੋਏ ਹੰਝੂਆਂ ਨੂੰ ਲੋਕਾਂ ਨੇ ਤਰੇਲ ਕਿਹਾ। ਕਵੀਆਂ ਨੇ ਉਹਨਾਂ ਨੂੰ ਮੋਤੀਆਂ ਦੀ ਉਪਮਾ ਦਿੱਤੀ। ਕਿੰਨੀ ਦੁੱਖ ਭਰੀ ਸੀ ਇਹ ਕਹਾਣੀ। ਇਸ ਕਹਾਣੀ ਦਾ ਜਾਗਦੇ ਅੱਖੀਆਂ ਪਾੜ ਪਾੜ ਦੇਖਦੇ, ਸੁੱਤੀ ਭਰਜਾਈ ਦੇ ਨਿਆਣਿਆਂ ਦੇ ਸਵਾਸਾਂ ਦੀ ਸੂਖਮ ਆਵਾਜ਼ ਨੂੰ ਸੁਣਦੇ ਬਾਰੂ ਨੂੰ ਵੀ ਕੁਝ ਪਤਾ ਨਾ ਲੱਗਾ। ਤੜਕਸਾਰ ਉਹ ਆਪਣਾ ਬਿਸਤਰਾ ਕੱਛੇ ਮਾਰ ਕੇ ਬਾਗ ਵਿੱਚ ਆ ਗਿਆ। ਮਾਂ ਤੇ ਭਰਜਾਈ ਨੇ ਰਾਤੀਂ ਉਸਦਾ ਬੁਖਾਰ ਉਤਰਿਆ ਦੇਖਿਆ ਸੀ, ਸਮਝ ਲਿਆ ਆਖਦਾ ਜੋ ਸੀ ਬਾਗ ਨੂੰ ਚਲਾ ਗਿਆ ਹੋਵੇਗਾ। ਬਾਰੂ ਦਾ ਭਰਾ ਵੀ ਦਿਨ ਚੜ੍ਹਨ ਤੋਂ ਪਹਿਲਾਂ ਪਿੰਡ ਆ ਗਿਆ ਸੀ। ਪਤਾ ਲੱਗਾ ਮੁੰਡਾ ਚੰਗਾ ਭਲਾ ਹੈ ਤੇ ਬਾਗ ਨੂੰ ਚਲਾ ਗਿਆ ਹੈ। ਦਿਨ ਚੜ੍ਹੇ ਲਾਲੂ ਸ਼ਾਹ ਬਾਗ ਦੀ ਕਿਸਮਤ ਦੇਖਣ ਆਇਆ ਤਾਂ ਬਾਰੂ ਨੂੰ ਹੋਏ ਹੋਏ ਕਾਣਿਆਂ ਆਉਂਦੀ ਕਰਕੇ ਤੋਤੇ ਉਡਾਉਂਦਾ ਦੇਖਿਆ। ਉਸ ਦੀ ਕਮਾਨ ਵਿੱਚੋਂ ਨਿਕਲੇ ਗੁਲੇਲੇ ਲੋਕਾਠਾਂ ਦੇ ਪੱਤਿਆਂ ਵਿੱਚੋਂ ਸਾੜ ਸਾੜ ਕਰਦੇ ਲੰਘਦੇ ਸੁਣੇ। ਕਿਹੜਾ ਹੈ? ਲਾਲੂ ਸ਼ਾਹ ਨੇ ਉੱਚੀ ਦਿੱਤੀ ਪੁੱਛਿਆ। ਮੈਂ ਆ ਬਾਰੂ ਨੇ ਉੱਤਰ ਦਿੱਤਾ। ਲਾਲੇ ਨੇ ਲਾਗੇ ਜਾ ਕੇ ਪੁੱਛਿਆ, ਆ ਗਈ ਅਕਲ ਟਿਕਾਣੇ? ਪਰ ਉਂਝ ਉਹ ਬਾਗ ਨੂੰ ਸਹੀ ਸਲਾਮਤ ਦੇਖ ਕੇ ਤੇ ਉਸਨੂੰ ਆਇਆ ਦੇਖ ਕੇ ਦਿਲੋਂ ਖੁਸ਼ ਸੀ। ਜੀ ਹਾਂ, ਬਾਰੂ ਨੇ ਕਿਹਾ, ਕੱਲ੍ਹ ਮੈਨੂੰ ਬੁਖਾਰ ਚੜ੍ਹਿਆ ਹੋਇਆ ਸੀ ਤੇ ਹੁਣ ਉਤਰ ਗਿਆ ਬੁਖਾਰ? ਲਾਲੇ ਨੇ ਲਾ ਕੇ ਆਖਿਆ। ਸਿੱਧੇ ਹਰੀਜਨ ਨੇ ਉੱਤਰ ਦਿੱਤਾ, ਹਾਹੋ ਜੀ। ਓਏ ਤੁਹਾਡੇ ਚੂੜਿਆਂ ਦੀ ਮਾਤੀ ਟਿਕਾਣੇ ਨਹੀਂ ਹੁੰਦੀ। ਹਾਹੋ ਜੀ ਲਾਲਾ ਜੀ, ਬਾਰੂ ਨੇ ਆਖਿਆ। ਓਏ ਮਾਦਰ ਵੀ ਇੱਕ ਬੱਚਿਓ ਗਾਲ ਹੈ। ਜੇ ਕੱਲ੍ਹ ਹੀ ਹੋਸ਼ ਕਰ ਦੋ ਤੇ ਜੀ ਹੁਣ ਮੇਰੀ ਭਾਬੀ ਕਹਿੰਦੀ ਹੈ ਗਾਲਾਂ ਨਾਲ ਕਿਹੜੀ ਕਿਸੇ ਦੀ ਲੱਤ ਟੁੱਟ ਜਾਂਦੀ ਹੈ। ਹਾ ਹਾ ਹਾ। ਲਾਲਾ ਖੁੱਲ੍ਹ ਕੇ ਹੱਸਿਆ। ਉਹ ਬੜੀ ਸਿਆਣੀ ਹੈ। ਹਾਂ, ਕੱਲ੍ਹ ਦੀ ਦਿਹਾੜੀ ਤੇ ਤੇਰੀ ਕੱਟੀ ਗਈ ਨਾ? ਹਾਂ ਲਾਲਾ ਜੀ। ਹੁਣ ਲਾਲਾ ਜਿਹੜਾ ਕਿ ਬਹੁਤ ਜ਼ਿਆਦਾ ਕੰਜੂਸ ਹੈ, ਪੈਸਾ ਆਪਣੇ ਹੱਥੋਂ ਜਾਣ ਨਹੀਂ ਦਿੰਦਾ। ਭਾਵੇਂ ਬਾਰੂ ਦਾ ਭਰਾ ਰਾਤ ਉਸ ਬਾਗ ਦੇ ਵਿੱਚ ਆ ਗਿਆ ਅਤੇ ਬਾਗ ਨੂੰ ਕੁਝ ਨਹੀਂ ਹੋਇਆ, ਕੋਈ ਨੁਕਸਾਨ ਨਹੀਂ ਹੋਇਆ, ਪਰ ਫਿਰ ਵੀ ਲਾਲਾ ਖੁਸ਼ ਹੈ ਇਹ ਕਹਿੰਦਾ ਹੋਇਆ ਕਿ ਉਹਨੂੰ ਹੁਣ ਉਹ ਦਿਹਾੜੀ ਕੱਲ੍ਹ ਦੀ ਦੇਣੀ ਨਹੀਂ ਪਏਗੀ, ਅਤੇ ਬਾਰੂ ਵੀ ਹਾਂ ਦੇ ਵਿੱਚ ਜਵਾਬ ਦੇ ਦਿੰਦਾ। ਲਾਲਾ ਖੁਸ਼ੀ ਖੁਸ਼ੀ ਮੁੜ ਆਇਆ। ਬਾਰੂ ਨੂੰ ਅੱਜ ਫਿਰ ਰੋਟੀ ਨਾ ਪਹੁੰਚੀ। ਉਸ ਦੁਪਹਿਰ ਵੇਲੇ ਲੋਕਾਠਾਂ ਦਾ ਅੱਧ ਕੁ ਸੇਰ ਫਿਰ ਖਾ ਲਿਆ। ਹੁਣ ਇਹ ਗਰੀਬੀ ਸਦਕਾ ਘਰ ਦੇ ਵਿੱਚ ਰੋਟੀ ਨਹੀਂ ਹੈ, ਆਟਾ ਨਹੀਂ ਹੈ, ਅਤੇ ਇਸ ਕਰਕੇ ਹੁਣ ਇੱਕ ਵਾਰ ਫਿਰ ਬਾਰੂ ਨੂੰ ਲੁਕਾਠਾਂ ਖਾਣੀਆਂ ਪੈਂਦੀਆਂ। 3 ਵਜੇ ਨਾਲ ਉਸਨੂੰ ਬੁਖਾਰ ਚੜ੍ਹਨਾ ਸ਼ੁਰੂ ਹੋ ਗਿਆ। ਸ਼ਾਮੀ ਫਿਰ ਸ਼ਹਿਰੀ ਕਲਰਕਾਂ ਉਸਨੂੰ ਬੁਖਾਰ ਵਿੱਚ ਗੁਲੇਲੇ ਘੁਮਾਉਂਦਿਆਂ ਡਿੱਠਾ। ਕਿਉਂ ਬਈ ਮੁੜ ਆਇਆ? ਅਧਖੜ ਕਲਰਕ ਨੇ ਫਿਰ ਪੁੱਛਿਆ। ਜੀ ਬਾਊ ਜੀ, ਬੁਖਾਰ ਦਾ ਕੀ ਹਾਲ ਹੀ? ਜੀ ਚੜ੍ਹਿਆ ਹੋਇਆ। ਅਧਖੜ ਕਲਰਕ ਦੀ ਰੀਸੇ ਇੱਕ ਹੋਰ ਕਲਰਕ ਨੇ ਪੁੱਛਿਆ। ਫਿਰ ਲੋਕਾਠਾਂ ਨੂੰ ਹੱਥ ਫੇਰਿਆ ਹੀ ਨਾ? ਹਾਂ ਜੀ ਸਰਦਾਰ ਜੀ, ਰੋਟੀ ਨਹੀਂ ਸੀ ਘਰੋਂ ਆਈ। ਸਹੁਰਿਆ ਲੋਕਾਠਾਂ ਗਰਮ ਹੁੰਦੀਆਂ ਨੇ, ਮਰਨਾ ਏ? ਇੱਕ ਹੋਰ ਕਲਰਕ ਨੇ ਅਭੋਲ ਗਾਲ ਕੱਢਦਿਆਂ ਕਿਹਾ। ਅੱਛਾ ਜੀ, ਨਹੀਂ ਖਾਂਦਾ। ਅਧਖੜ ਕਲਰਕ ਨੂੰ ਰਾਖਾ ਸਿਆਣਾ ਜਾਪਿਆ ਤੇ ਉਹ ਕਲਰਕ ਮੂਰਖ, ਜੋ 4 ਦਿਨ ਹੋਏ ਉਸਦੇ ਸਮਝਾਉਣ ਦੇ ਵੀ ਬਹੁਤੇ ਕੰਮ ਦੇ ਦੁੱਖੋਂ ਦਫ਼ਤਰ ਵਿੱਚੋਂ ਅਸਤੀਫਾ ਦੇ ਕੇ ਚਲਾ ਗਿਆ ਸੀ। ਬਹੁਤਾ ਪੜ੍ਹਿਆ ਹੋਇਆ ਸੀ ਨਾ? ਅਧਖੜ ਕਲਰਕ ਨੇ ਦਿਲ ਵਿੱਚ ਹੀ ਕਿਹਾ। ਅਣਖ ਹੀ ਤਾਂ ਇਹਨਾਂ ਨੂੰ ਡੋਬਦੀ ਹੈ। ਹੁਣ ਇਹ ਮੱਧ ਵਰਗੀ ਕਲਰਕ ਦੀ ਕਹਾਣੀ ਹੈ, ਜੋ ਸਾਨੂੰ ਉਸ ਅਧਖੜ ਕਲਰਕ ਤੋਂ ਪਤਾ ਲੱਗਦੀ ਹੈ ਕਿ ਜਿਹੜੇ ਕਲਰਕ ਹੈ ਇਹ ਪੜ੍ਹੇ ਲਿਖੇ ਹੋਣ ਕਰਕੇ ਇਹਨਾਂ ਦੇ ਵਿੱਚ ਅਣਖ ਹੁੰਦੀ ਹੈ, ਅਤੇ ਜੇਕਰ ਜ਼ਿਆਦਾ ਕੰਮ ਹੋਵੇ ਤਾਂ ਵੀ ਉਹ ਮਾੜੀ ਮੋਟੀ ਗੱਲ ਨੂੰ ਹੀ ਆਧਾਰ ਬਣਾ ਕੇ ਆਪਣੀ ਨੌਕਰੀ ਛੱਡ ਦਿੰਦੇ ਆ। ਪਰ ਉਹਨੂੰ ਉਹ ਬਾਰੂ ਰਾਖਾ ਸਮਝਦਾਰ ਜਾਪਦਾ ਹੈ, ਜਿਹੜਾ ਵਾਪਸ ਆਪਣੀ ਨੌਕਰੀ 'ਤੇ ਆ ਜਾਂਦਾ ਹੈ। ਰਾਤੀ ਵੀ ਉਸਨੂੰ ਰੋਟੀ ਨਾ ਪਹੁੰਚੀ। ਬਾਰੂ ਦਾ ਭਰਾ ਸ਼ਹਿਰ ਚਿਰਕਾ ਗਿਆ ਸੀ ਅਤੇ ਖਾਲੀ ਹੀ ਮੁੜ ਆਇਆ ਸੀ। ਬਾਰੂ ਨੂੰ ਕੁਝ ਨਾ ਪੜਿਆ। ਰਾਤੀ ਉਸਦਾ ਬੁਖਾਰ ਤੇਜ਼ ਹੋ ਗਿਆ। ਉਹ ਜੀ ਭਿਆਣਾ ਲੇਟ ਗਿਆ। ਉਸਨੂੰ ਕੋਈ ਹੋਸ਼ ਨਾ ਰਹੀ। ਉਗੜਿਆ ਢਕਿਆ ਉਹ ਕੁੱਲੀਓਂ ਬਾਹਰ ਹੀ ਪਿਆ ਰਿਹਾ। ਰਾਤੀ ਚਮਗਿੱਦੜਾਂ ਦੀਆਂ ਡਾਰਾਂ ਨੇ ਬਾਗ ਨੂੰ ਖੂਬ ਭੋਗ ਲਾਏ। ਬਾਰੂ ਬੇਸੁਰਤ ਪਿਆ ਸੀ। ਰਾਖੇ ਦੇ ਹੁੰਦਿਆਂ ਬਾਗ ਉੱਜੜ ਰਿਹਾ ਸੀ। ਬੁਖਾਰ ਬਾਰੂ ਦੇ ਸਿਰ ਨੂੰ ਚੜ੍ਹ ਰਿਹਾ ਸੀ। ਉਹ
ਅੱਬੜ ਵਾਹਿਆ ਉੱਠ ਬੈਠਾ। ਓਏ ਮੇਰਾ ਬਾਗ! ਉਹ ਉੱਠ ਕੇ ਖੜੋ ਗਿਆ। ਕਮਾਨ ਤੇ ਥੈਲੀ ਲੱਭ ਕੇ ਉਸ ਅੰਨ੍ਹੇਵਾਹ ਗੁਲੇਲੇ ਚਲਾਉਣੇ ਸ਼ੁਰੂ ਕਰ ਦਿੱਤੇ। ਚਮਗਿੱਦੜ ਫਾੜ ਫਾੜ ਪਰ ਮਾਰਦੇ ਉੱਡ ਗਏ। ਉਹ ਕਮਜ਼ੋਰੀ ਨਾਲ ਇੱਕ ਲੁਕਾਠ ਦੇ ਮੁੱਢ ਲਾਗੇ ਬਹਿ ਗਿਆ। ਉਸ ਅੱਖਾਂ ਮੀਟ ਲਈਆਂ। ਕਮਾਨ ਹੱਥੋਂ ਢਿੱਲਾ ਹੋ ਕੇ ਡਿੱਗ ਪਿਆ। ਅਚਾਨਕ ਉਹ ਚੀਕ ਉੱਠਿਆ, ਗਾਲਾਂ ਨਾਲ ਕਿਹੜੀ ਲੱਤ ਭੱਜ ਜਾਂਦੀ ਹੈ? ਲਾਲਾ ਜੀ, ਹੋਰ ਗਾਲਾਂ ਕੱਢੋ, ਮੇਰੀ ਮਾਂ ਨੂੰ, ਮੇਰੀ ਭਰ। ਤੇ ਫਿਰ ਉਹ ਗੁੰਮ ਹੋ ਗਿਆ। ਮੈਂ ਮਾਰ ਸੁੱਟੂੰਗਾ ਓਏ, ਮੈਂ ਮਾਰ ਸੁੱਟੂੰਗਾ। ਮੇਰਾ ਨਾਂ ਬਾਰੂ ਹੈ, ਬਾਰੂ। ਫਿਰ ਚੁੱਪ ਛਾ ਗਈ। ਜਦੋਂ ਸਵੇਰੇ ਕਲਰਕਾਂ ਦਾ ਟੋਲਾ ਸੈਰ ਕਰਨ ਫਿਰ ਆਇਆ ਤਾਂ ਬਾਗ ਵਿੱਚ ਕਾਫੀ ਬੰਦੇ ਸਨ। ਕਿਸੇ ਨੇ ਕਿਹਾ, ਪੁਲਿਸ ਨੂੰ ਖਬਰ ਕਰੋ, ਡਾਕੂਆਂ ਦਾ ਕੰਮ ਹੈ ਜੀ। ਕਲਰਕਾਂ ਨੇ ਕਿਸੇ ਨਾਲ ਗੱਲ ਨਾ ਕੀਤੀ। ਪਰ ਇਹ ਦੂਰ ਜਾ ਕੇ ਅੱਧਖੜ ਕਲਰਕ ਨੇ ਕਿਹਾ, ਮੂਰਖ ਜਾਂ ਭੁੱਖਾ ਮੋਏ ਜਾਂ ਰੱਜ ਮੋਏ। ਬਾਰੂ ਦੀ ਭਰਜਾਈ ਸ਼ਾਹ ਵੇਲਾ ਲਈ ਆਉਂਦੀ ਸੀ। ਬਾਗ ਉੱਜੜ ਚੁੱਕਾ ਸੀ। ਚਮਗਿੱਦੜ ਉੱਡ ਗਏ ਸਨ। ਡਾਕੂ ਦਾ ਕਿਸੇ ਨੂੰ ਪਤਾ ਨਹੀਂ, ਜੋ ਆਰਾਮ ਨਾਲ ਘਰ ਸੁੱਤਾ ਹੋਇਆ ਸੀ। ਹੁਣ ਇਹ ਡਾਕੂ ਕੌਣ ਹੈ? ਬਾਰੂ ਦੇ ਘਰ ਬੈਠੀ ਗਰੀਬੀ, ਦਲਿੱਦਰ। ਇਹਦੇ ਕਰਕੇ ਹੀ, ਆਪਣੇ ਘਰ ਦੀ ਗਰੀਬੀ ਕਰਕੇ ਹੀ ਉਹਨੂੰ ਅਪਮਾਨ ਭਰਿਆ ਜੀਵਨ ਜੀਣਾ ਪੈਂਦਾ, ਭੁੱਖਾ ਥਿਆਇਆ ਰਹਿਣਾ ਪੈਂਦਾ। ਉਹਦੇ ਪਰਿਵਾਰ ਨੂੰ ਵੀ, ਉਹਦੀ ਭਰਜਾਈ ਅਤੇ ਮਾਂ ਨੂੰ ਵੀ ਗਾਲਾਂ ਦੇ ਨਾਲ ਕੋਈ ਫਰਕ ਨਹੀਂ ਪੈਂਦਾ, ਜਿਹੜੀਆਂ ਕਿ ਸ਼ਾਹ ਦੇ ਦੁਆਰਾ ਉਹਨਾਂ ਨੂੰ ਹੀ ਕੱਢੀਆਂ ਗਈਆਂ। ਅਤੇ ਇਸ ਕਰਕੇ ਬਾਰੂ ਨੂੰ ਵਾਪਸ ਬਾਗ ਦੇ ਵਿੱਚ ਆਉਣਾ ਪੈਂਦਾ। ਫਿਰ ਵੀ ਉਹਨੂੰ ਦੁਬਾਰਾ ਰੋਟੀ ਨਹੀਂ ਅੱਪੜਦੀ। ਇਸ ਕਰਕੇ ਭੁੱਖ ਨਪਾਣੇ ਨੇ ਫਿਰ ਤੋਂ ਲੁਕਾਠਾਂ ਖਾਧੀਆਂ, ਜਿਸ ਕਰਕੇ ਉਹਨੂੰ ਆਪਣੀ ਜਾਨ ਤੋਂ ਵੀ ਹੱਥ ਧੋਣਾ ਪਿਆ।